ਕਿ ਇਹਨੂੰ ਕੋਈ ਵੱਡਾ ਮਸਲਾ ਜਿਹੜਾ ਖੂਨ ਦੀਆਂ ਉਲਟੀਆਂ ਆਉਂਦੀਆਂ ਨੇ, ਐਡੀਆਂ ਐਡੀਆਂ ਵੱਡੀਆਂ ਖੂਨ ਦੀਆਂ ਬੋਟੀਆਂ ਹੁੰਦੀਆਂ ਨੇ ਅੰਦਰੋਂ ਉਲਟੀਆਂ ਦੇ ਨਾਲ। ਅੱਛਾ, ਤੇ ਇਲਾਜ ਹੁੰਦਾ ਇੱਥੇ ਹੀ ਹੈ, ਲੇਕਿਨ ਬਸ ਗੋਲੀਆਂ ਦੇ ਕੇ ਭੇਜ ਦਿੰਦੇ ਨੇ। ਮਤਲਬ ਕਿ ਪੈਸੇ ਨਾ ਹੋਣ ਦੀ ਵਜ੍ਹਾ ਤੋਂ ਇਹਨਾਂ ਦਾ ਇਲਾਜ ਨਹੀਂ ਹੋ ਰਿਹਾ। ਪੈਸੇ ਨਾ ਹੋਣ ਦੀ ਵਜ੍ਹਾ ਤੋਂ ਬਸ ਭੇਜ ਦਿੰਦੇ ਨੇ। बड़े इलाज कराए ने, डॉक्टर को इलाज कराया ने, हस्पताल गया न्यू हस्पताल बस उन्हें आखिया अच्छा ठीक हो जाएगी तो गोलियां गोलियां देती ने खाओ, अल्लाह खैर करेगा। राती रोटी नहीं है किसी खन्ने भूखे सौ गए, छोटे छोटे बच्चे ने उठ कटा के सौ ही रहे सौ जाए बच्चों। अस्सलाम वालेकुम नाज़रीन, मैं आपका मेज़बान अरसान राजपूत और आप देख रहे हैं अमन पाकिस्तान। आज हमारे साथ एक ऐसी फैमिली मौजूद है जिनके वाइफ की तबीयत पहले ही बहुत ज़्यादा ख़राब होती है, उसके बाद ऐसा करना होता है कि शौहर का भी एक्सीडेंट हो जाता है। एक्सीडेंट में इनकी टांग फ्रैक्चर हो जाती है काफ़ी ज़्यादा, इलाज ना होने की वजह से इन टांग की हालत इतनी ख़राब होती है कि चलने से कासिर हो जाते हैं। तो फिर भी ये मेहनत मजदूरी कर रहे हैं। किस तरह से मामला इनके चल रहे हैं आइए इन्हीं से जानते हैं। अस्सलाम वालेकुम। अभी जो आपकी काम भी नहीं है आपसे होता, टांग आपकी फ्रैक्चर है, तो ये सारा कुछ किस तरह से आपका एक्सीडेंट हुआ, आपकी टांग किस तरह से ख़राब हुई? मैं डिगा पूड़ियाँ क्लास करना पाया गिर गया, उस नहीं पैसे गुंजाइश मेरे को नहीं हुई बड़ी ना बने ना गल ना बात और मजदूरी तरह कर रहे हैं। अच्छा, ਤੁਸੀਂ ਮਜ਼ਦੂਰੀ ਕਰ ਰਹੇ ਹੋ ਤਾਂ ਟੁੱਟੀ ਲੱਤ ਨਹੀਂ ਤੁਸੀਂ ਮਜ਼ਦੂਰੀ ਕਰੀ ਜਾ ਰਹੇ ਹੋ ਤੇ ਉਹਦੀ ਇਲਾਜ ਨਾ ਹੋਣ ਦੀ ਵਜ੍ਹਾ ਤੋਂ ਲੱਤ ਇੰਨੀ ਖਰਾਬ ਹੋ ਗਈ ਤਾਂ ਤੁਸੀਂ ਹੁਣ ਚੱਲ ਨਹੀਂ ਸਕਦੇ। ਚੱਲ ਨਹੀਂ ਸਕਦੇ, ਬੱਚੇ ਪਾਲਣੇ ਨੇ, ਛੋਟੇ ਛੋਟੇ ਬੱਚੇ ਨੇ, मैं लत टुटी ने भी कम मजदूरी कर रहे हैं, नहीं बैठ सकते, माड़े बंदे हैं, बच्चे ने किमें पालना निक्के निक्के बच्चे की मजदूरी कर रहे हो की काम कर बस जो क्लब जो वो कर रही था। ਤੇ ਕਿੰਨਾ ਮਹੀਨੇ ਦਾ ਕਿੰਨਾ ਤੁਸੀਂ ਖਰਚਾ ਆਪਣਾ ਕਰ ਲੈਂਦੇ ਹੋ? खर्चा ਤੁਹਾਡੇ ਸਾਹਮਣੇ ਨਿੱਕੇ ਨਿੱਕੇ ਬੱਚੇ ਨੇ, ਖਰਚਾ ਹੁੰਦਾ ਹੀ ਨੇ। ਮਹੀਨੇ ਦਾ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ? 8-9 ਹਜ਼ਾਰ ਰੁਪਏ ਲੱਗ ਜਾਂਦਾ ਮਹੀਨੇ ਦਾ। ਤੇ ਰੈਂਟ ਵੀ ਹੈ, ਕਿਰਾਏ ਦੇ ਘਰ 'ਚ ਰਹਿੰਦੇ ਹੋ, ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ? ਕਿਰਾਇਆ ਮਜ਼ਦੂਰੀ ਕਰ ਰਹੇ हैं, ਨਿੱਕੇ ਨਿੱਕੇ ਬੱਚੇ ਨੇ, ਇੱਕ ਦਿਨ ਕਿਰਾਇਆ ਦੇ ਲੈਂਦੇ ਇੱਕ ਮਹੀਨੇ ਦਾ, ਇਹ ਦੂਸਰੇ ਮਹੀਨੇ ਰਹਿ ਜਾਂਦਾ, ਉਹ ਫਿਰ ਨਿੱਕੇ ਨਿੱਕੇ ਬੱਚੇ ਕਿੱਥੇ ਪਾਲਣੇ ਨੇ, ਵੀ ਖਾਣਾ ਪੀਣਾ ਵੀ ਹੈ, ਬੱਚਿਆਂ ਨੂੰ ਵੀ ਖਵਾਉਣਾ ਹੈ, ਬਸ ਕਿਰਾਇਆ ਵੀ ਨਹੀਂ ਪੂਰਾ ਹੁੰਦਾ, ਮਾੜੇ ਬੰਦੇ ਹੈ। ਅੱਛਾ, ਤੇ ਤੁਹਾਡੀ ਲੱਤ ਵਾਸਤੇ ਕਿੰਨੇ ਕੁ ਪੈਸੇ ਹੋਣ ਤੇ ਇਹਦਾ ਇਲਾਜ ਹੋਏਗਾ? ਪੈਸੇ ਉਮੇਸ਼ ਤੁਸੀਂ ਆਪ ਹਿਸਾਬ ਲਾ ਲਓ, ਮੈਂ ਪੈਸੇ ਗੁੰਜਾਇਸ਼ ਨਹੀਂ ਹੈਗੀ, ਗੁੰਜਾਇਸ਼ ਹੁੰਦੀ ਤਾਂ ਮੈਂ ਲੱਤ ਵੀ ਠੀਕ ਕਰਾ ਲੈਂਦਾ। ਅੱਛਾ, ਤੇ ਨਾਲ ਤੁਹਾਡੀ ਬੀਵੀ ਬੈਠੀ ਹੋਈ ਹੈ, ਉਹਨਾਂ ਦੀ ਵੀ ਤਬੀਅਤ ਠੀਕ ਨਹੀਂ ਹੈ ਤੇ ਉਹਨਾਂ ਦਾ ਇਲਾਜ ਤੁਸੀਂ ਕਰਾ ਰਹੇ ਹੋ? ਬਸ ਕਦੀ ਕਰਾ ਲਈ ਤਾਂ ਕਦੇ ਨਹੀਂ ਕਰਾਈਦਾ, ਮਾੜੇ ਬੰਦੇ ਆ। ਅੱਛਾ ਬਾਜੀ, ਤੁਹਾਨੂੰ ਕੀ ਮਸਲਾ ਹੈ, ਕੀ ਬਿਮਾਰੀ ਹੈ ਤੁਹਾਨੂੰ? ਮਤਲਬ ਬੱਚਾ ਹੋਣੀ ਹੋਇਆ, ਬੱਚੇ ਹੁੰਦੇ ਨੇ ਫਿਰ ਹੁੰਦੇ। अच्छा नाज़रीन, आपने देखा कि उनसे बोला नहीं जा रहा, बोलने में उन्हें काफ़ी तंगी हो रही है, बात ही नहीं की जा रही। इस वजह से हम इनके शोहर से जानेंगे कि इन्हें क्या मामला है, क्या इन्हें तकलीफ़ है, क्या बीमारी है जी, उन्होंने की मसला है? बस वो मजबूरी हैगी है, बच्चा बच्चा होना है तो मैं माड़े ही घर हैं, जायज़ नहीं होगी। ਤੇ ਕਿੰਨੇ ਪੈਸੇ ਹੋਣ ਤੇ ਉਹਨਾਂ ਦਾ ਇਲਾਜ ਹੋਏਗਾ? ਜਿਹੜਾ ਉਹਨਾਂ ਨੂੰ ਬਹੁਤ ਬੋਲਣ 'ਚ ਤੰਗੀ ਹੁੰਦੀ ਪਈ ਹੈ, ਜਿਹੜੇ ਮਾਮਲਾ ਹੋ ਰਹੇ ਨੇ, ਕਿੰਨੇ ਕੁ ਹੋਣ ਕੇ ਇਲਾਜ ਹੋਏਗਾ? 70,000 होगा इलाज हो जाएगा, तो नहीं हो जाएगा। 60-70 हज़ार हो? हाँ जी, 60-70 हज़ार होए तो ਉਹਨਾਂ ਦਾ ਇਲਾਜ ਹੋਏਗਾ ਕਿ ਤੁਹਾਡੇ ਇਲਾਜ ਵਾਸਤੇ? मेरा कम से कम 30,000 रुपया हो फिर इलाज मेरा भी हो सकता है। ਤੇ ਉਸ ਤੋਂ ਬਾਅਦ ਤੁਸੀਂ ਕੋਈ ਕਰਜ਼ਾ ਵੀ ਲਿੱਤਾ ਹੈ, ਰੈਂਟ ਵੀ ਤੁਹਾਡਾ ਕੋਈ ਰਹਿੰਦਾ ਹੈ? हाँ जी, हाँ जी, रेंट भी रहता है, ਕਿੰਨਾ ਰੈਂਟ ਰਹਿੰਦਾ? रहता 2 महीने किराया रहता है। ਅੱਛਾ, 2 ਮਹੀਨੇ ਦਾ। ਤੇ ਇਹ ਸਾਰੇ ਪੈਸੇ ਟੋਟਲ ਕਰਕੇ ਕਿੰਨੇ ਕੁ ਪੈਸੇ ਹੋਣ ਕਿ ਜਿਹੜੇ ਸਾਡੇ ਮੁਹੱਈਆ ਹਜ਼ਰਾਤ ਵੇਖ ਰਹੇ ਪਏ ਨੇ ਜਾਂ ਅੱਛੇ ਲੋਕ ਵੇਖਦੇ ਪਏ ਨੇ, ਉਹ ਤੁਹਾਡੀ ਹੈਲਪ ਕਰਨ ਤੇ ਤੁਹਾਡਾ ਸਾਰਾ ਮਾਮਲਾ ਸਿੱਧਾ ਹੋ ਜਾਣ? 1.5 लाख रुपया हो फिर मेरा काम सीधा होना है, तो नहीं होता। ਅੱਛਾ, 1.5 ਲੱਖ ਰੁਪਇਆ ਉਹਦੇ 'ਚ ਹੈ ਕਿ ਤੁਹਾਡਾ ਵੀ ਇਲਾਜ ਹੋਏਗਾ, ਤੁਹਾਡੀ ਵਾਈਫ ਦਾ ਵੀ ਇਲਾਜ ਹੋਏਗਾ, ਤੁਹਾਡੇ ਰੈਂਟ ਵੀ ਦਿੱਤਾ ਜਾਏਗਾ? हाँ जी, हाँ जी। ਤੇ ਕਦੀ ਕੋਈ ਐਸਾ ਟਾਈਮ ਵੀ ਆਇਆ ਕਿ ਤੁਹਾਨੂੰ ਭੁੱਖਾ ਸੋਣਾ ਪਿਆ ਹੋਏ ਪੈਸੇ ਨਾ ਹੋਣ ਦੀ ਵਜ੍ਹਾ ਤੋਂ? हाँ जी, राती रोटी नहीं है किसी खन्ने भूखे सौ गए, सवेरे चाह चू बनाई है तो पी के निकल गए हैं, बच्चों वास्ते रोटी कमाने वास्ते ना हूँ आया फिर चले काम ਤੇ। ਤੇ ਬੱਚਿਆਂ ਨੂੰ ਜਦੋਂ ਰੋਟੀ ਨਹੀਂ ਹੁੰਦੀ ਤੇ ਬੱਚਿਆਂ ਨੂੰ ਕੀ ਕਹਿ ਕੇ ਸਵਾਉਂਦੇ ਹੋ, ਉਹਨਾਂ ਨੂੰ ਕੀ ਹੌਸਲਾ ਦਿੰਦੇ ਹੋ? ਬੱਚਿਆਂ ਨੂੰ ਪਤਾ ਹੀ ਹੈਗਾ, ਛੋਟੇ ਛੋਟੇ ਬੱਚੇ ਨੇ, ਉੱਠ ਕਟਾ ਕੇ ਸਵਾ ਦੇਈਦਾ ਤੇ ਸੌਂ ਜਾ ਬੱਚੇ। ਤੇ ਕਦੇ ਉਹਨਾਂ ਨੇ ਜਿੱਦ ਨਹੀਂ ਕੀਤੀ ਕਿ ਅਸੀਂ ਰੋਟੀ ਖਾ ਕੇ ਸੋਣਾ ਜਾਂ ਇੰਜ ਨਹੀਂ? ਨਹੀਂ ਜਿੱਦ ਕੀਤੀ ਬੱਚੇ ਮੇਰੇ, ਇੰਜ ਹੀ ਸੋ ਜਾਣਾ? ਹਾਂਜੀ, ਇੰਜ ਹੀ ਸੌ ਜਾਣਗੇ। ਅੱਛਾ ਬੀਬੀ ਨੂੰ ਤੁਸੀਂ ਕਿੱਥੇ ਕਿੱਥੇ ਆਪਣੇ ਇਲਾਜ ਵਾਸਤੇ ਲੈ ਕੇ ਗਏ ਹੋ, ਕਿਹੜੇ ਕਿਹੜੇ ਹਸਪਤਾਲ ਚੈੱਕ ਕਰਾਇਆ? बड़े इलाज कराए ने, डॉक्टर को इलाज कराया ने, हस्पताल गया न्यू हस्पताल
बस उन्हें आखिया अच्छा ठीक हो जाएगी तो गोलियाँ गोलियाँ देती ने खाओ अल्लाह खैर करे। जी, तो नाज़रीन ये इनके शौहर मौजूद हैं हमारे साथ। इनसे इन्हें भी काफ़ी मसला है बोलने में, इन्हें भी बोलने में काफ़ी तंगी हो रही, इनसे बात भी नहीं हो रही। इनके साथ इनकी बहन एक मौजूद है जो इनके साथ हॉस्पिटल में भी जाती रही और सारा इनका इलाज में इनको देखती रही है। आइए उनसे बात करते हैं अब। जी, तो नाज़रीन हमारे साथ अब ये बहन मौजूद है जो इन्हें हॉस्पिटल में लेके जाते हैं, इलाज में इनकी काफ़ी मदद करवा रही हैं और मदद कर भी रही हैं। तो हमारे साथ पहले तो इन्हें इन बहन को सलाम है जो उस बहन के साथ हॉस्पिटल्स में जाती हैं, उनके हर चीज़ में देखती हैं, मामलात में देखभाल करती हैं। अस्सलाम वालेकुम। हाँ। अच्छा बहन, क्या क्या इन्हें परेशानी है, क्या किन किन हॉस्पिटल्स में आप इन्हें लेके गई हैं? ਇਹਨਾਂ ਨੂੰ ਸਾਰਿਆਂ ਤੋਂ ਪਹਿਲੇ ਲੈ ਕੇ ਗਿਆ ਮਿਉਂ ਹਸਪਤਾਲ ਦੇ ਵਿੱਚ ਤੇ ਮਿਉਂ ਦੇ ਵਿੱਚ ਉਹਨਾਂ ਨੇ ਕਿਹਾ ਜੀ ਇਹਨੂੰ ਗੁਲਾਬ ਦੇ ਵਿੱਚ ਲੈ ਜਾਓ, ਇਹਨੂੰ ਖੂਨ ਦੀਆਂ ਉਲਟੀਆਂ ਹੁੰਦੀਆਂ ਨੇ, ਵੱਡੀਆਂ ਵੱਡੀਆਂ ਖੂਨ ਦੀਆਂ ਬੋਟੀਆਂ ਅੰਦਰੋਂ ਆਉਂਦੀਆਂ ਨੇ ਉਲਟੀ ਦੇ ਨਾਲ। ਉਹਨਾਂ ਨੇ ਗੁਲਾਬ ਦੇ ਵਿੱਚ ਭੇਜ ਦਿੱਤਾ। ਗੁਲਾਬ ਦੇਵੀ ਵਾਲਿਆਂ ਨੇ ਕਿਹਾ ਇਹਨੂੰ ਜਰਨਲ 'ਚ ਲੈ ਜਾਓ, ਜਰਨਲ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਆ ਇਹਨੂੰ ਤੇ ਇਹਦਾ ਇਲਾਜ ਉੱਥੇ ਕਰਵਾਉਂਦੇ ਨੇ। 3 ਬੱਚੇ ਨੇ 4 ਤੇ ਅੱਗੋਂ ਵੀ ਤਬੀਅਤ ਮਸਲਾ ਖਰਾਬ ਰਹਿੰਦੀ, ਇਹਦੇ ਮਈਆਂ ਦੇ ਵੀ ਲੱਤ ਦਾ ਮਸਲਾ ਤੇ ਉਹਨਾਂ ਨੂੰ ਲੈ ਕੇ ਕਰਨਾ। ਤੇ ਜਨਰਲ ਵਾਲਿਆਂ ਨੇ ਹੁਣ ਕੀ ਕਿਹਾ? ਜਨਰਲ ਵਾਲੇ ਬਸ ਗੋਲੀਆਂ ਦੇ ਦਿੰਦੇ ਨੇ, ਤੋੜ ਦਿੰਦੇ ਨੇ। ਇਹਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਇਹਨਾਂ ਦਾ ਇਲਾਜ ਸਹੀ ਤਰੀਕੇ ਨਾਲ ਕਿਹੜੀ ਜਗ੍ਹਾ ਤੋਂ ਹੋਏਗਾ? ਉਹ ਕਹਿੰਦੇ ਨੇ ਕਿ ਇਹਨਾਂ ਦਾ ਇਲਾਜ ਹੈ ਇੱਥੇ ਜਨਰਲ ਦੇ ਵਿੱਚ ਹੀ, ਕਿ ਇਹਨੂੰ ਕੋਈ ਵੱਡਾ ਮਸਲਾ ਹੈ ਜਿਹੜਾ ਖੂਨ ਦੀਆਂ ਉਲਟੀਆਂ ਆਉਂਦੀਆਂ ਨੇ, ਐਡੀਆਂ ਵੱਡੀਆਂ ਖੂਨ ਦੀਆਂ ਬੋਟੀਆਂ ਹੁੰਦੀਆਂ ਨੇ ਅੰਦਰੋਂ ਉਲਟੀਆਂ ਦੇ ਨਾਲ। ਅੱਛਾ, ਤੇ ਇਲਾਜ ਹੁੰਦਾ ਇੱਥੇ ਹੀ ਹੈ, ਲੇਕਿਨ ਬਸ ਗੋਲੀਆਂ ਦੇ ਕੇ ਭੇਜ ਦਿੰਦੇ ਨੇ। ਮਤਲਬ ਕਿ ਪੈਸੇ ਨਾ ਹੋਣ ਦੀ ਵਜ੍ਹਾ ਤੋਂ ਇਹਨਾਂ ਦਾ ਇਲਾਜ ਨਹੀਂ ਹੋ ਰਿਹਾ। ਪੈਸੇ ਨਾ ਹੋਣ ਦੀ ਵਜ੍ਹਾ ਤੋਂ ਬਸ ਭੇਜ ਦਿੰਦੇ ਨੇ। ਤੇ ਤੁਸੀਂ ਉਹਨਾਂ ਕੋਲੋਂ ਪਤਾ ਕੀਤਾ ਹੈ ਹਸਪੀਟਲ ਵਾਲਿਆਂ ਕੋਲੋਂ ਕਿ ਕਿੰਨੇ ਪੈਸੇ ਲੱਗਣਗੇ ਤੇ ਇਹਨਾਂ ਦਾ ਇਲਾਜ ਹੋ ਜਾਏਗਾ? ਪੈਸੇ ਤਾਂ ਤਕਰੀਬਨ ਵਾਹਵਾ ਮੰਗਦੇ ਨੇ ਤੇ ਜਿਹੜਾ ਨਾ ਸਾਡੇ ਕੋਲ ਤੇ ਉਹ ਜਿਹੜਾ ਜਨਰਲ ਹਸਪਤਾਲ ਕਾਫੀ ਦੂਰ ਹੈ ਸਾਡੇ ਤੋਂ। ਅਸੀਂ ਕੋਟ ਅਬਦੁਲ ਮਾਲਕ ਹੈ ਤੇ ਉਹਦੇ ਜਾਣ ਵਾਸਤੇ ਕਿਰਾਇਆ ਮਸਲਾ ਮਸਾਇਲ ਕਾਫੀ, ਤੇ ਸਾਡੇ ਕੋਲ ਜਾ ਵੀ ਨਹੀਂ ਹੁੰਦਾ ਕਿਰਾਏ ਦੀ ਵਜ੍ਹਾ ਤੋਂ। ਤੇ ਇਲਾਜ ਵਾਸਤੇ ਤਾਂ ਫਿਰ ਬਿਲਕੁਲ ਹੀ ਨਹੀਂ ਹੈ। ਟੈਸਟ ਲਿਖ ਕੇ ਦਿੱਤੇ ਨੇ ਉਹਨਾਂ ਨੇ, ਉਹ ਸਾਰੇ ਬਾਹਰੋਂ ਆਉਣੇ ਨੇ ਤੇ ਸਾਡੇ ਕੋਲ ਉੱਥੇ ਹਸਪਤਾਲ ਜਾਣ ਵਾਸਤੇ ਨਹੀਂ ਹੈ ਤੇ ਟੈਸਟ ਕਿੱਥੋਂ ਕਰਵਾ ਸਕੀਏ। ਤੇ ਜਿਹੜੇ ਉਹਨਾਂ ਨੇ ਟੈਸਟ ਲਿਖ ਕੇ ਦਿੱਤੇ ਨੇ ਉਹ ਕਿੰਨੇ ਪੈਸਿਆਂ ਦੇ ਨੇ? ਉਹ ਤਕਰੀਬਨ ਕੋਈ 20,000 ਆਉਂਦਾ, ਕੋਈ 30,000 ਆਉਂਦਾ, ਕੋਈ 10,000, ਕੋਈ 5,000 ਇੰਜ ਕਰਕੇ ਦੱਸਦੇ ਨੇ। ਕਹਿੰਦੇ ਆ ਜਿਹੜੇ ਟੈਸਟ ਹੋਣੇ ਨੇ ਖੂਨ ਦੀਆਂ ਉਲਟੀਆਂ ਕਿਹੜੀ ਵਜ੍ਹਾ ਤੋਂ ਨੇ, ਕੀ ਵੱਡੀ ਕੋਈ ਮਸਲਾ ਬਿਮਾਰੀ ਕੀ ਇਹਨੂੰ, ਕਿ ਮੂੰਹ ਦੇ ਰਾਤ ਖੂਨ ਦੀਆਂ ਬੋਟੀਆਂ ਆਉਂਦੀਆਂ ਨੇ ਐਡੀਆਂ ਵੱਡੀਆਂ। ਤੇ ਜਿਹੜੀ ਇਹਨਾਂ ਦੀਆਂ ਗੋਲੀਆਂ ਦਵਾਈ ਵਗੈਰਾ ਉਹ ਵੀ ਬਾਹਰੋਂ ਮਿਲਦੀ ਹੈ ਜਾਂ ਅੰਦਰੋਂ ਹੀ ਮਿਲਦੀ ਹੈ? ਉਹ ਦਵਾਈ ਇਹਨਾਂ ਦੀ ਬਾਹਰ ਲਿਖ ਕੇ ਦੇ ਦਿੰਦੇ ਨੇ, ਬਾਹਰੋਂ ਹੀ ਆਉਂਦੀ ਹੈ। ਉੱਥੇ ਵਿਚਾਰੇ ਬਹਿ ਕੇ ਦੋਵੇਂ ਜੀ ਤੇ ਲੋਕਾਂ ਅੱਗੇ ਮੰਗ ਤੰਗ ਕੇ ਤੇ 10,000 ਦੀ ਦਵਾਈ ਆਉਂਦੀ ਹੈ, ਉੱਥੇ ਹੀ ਲੈ ਕੇ ਬਹਿ ਜਾਂਦੇ ਨੇ ਵਿਚਾਰੇ, ਬਹਿ ਜਾਂਦੇ ਨੇ। ਉੱਥੋਂ ਮਿਲਦੇ ਨੇ ਜਿੰਨੇ ਕੁ 2 ਦਿਨ ਦੀ 4 ਦਿਨ ਦੀ ਲੈ ਆਉਂਦੇ ਨੇ, ਖਾ ਲੈਂਦੇ ਨੇ ਤੇ ਕੋਈ ਦਵਾਈ ਦਾ ਵੀ ਸੂਰਤ ਹਾਲ ਪੱਕਾ ਨਹੀਂ ਹੈ। ਅੱਛਾ, ਤੇ ਹੁਣ ਕਿੰਨੇ ਪੈਸੇ ਹੋਣ ਤੇ ਇਹਨਾਂ ਦਾ ਇਲਾਜ ਹੋ ਸਕਦਾ? ਘੱਟ ਤੋਂ ਘੱਟ ਇਲਾਜ ਸ਼ੁਰੂ ਤੋਂ ਹੋਏ ਨਾ, ਅੱਗੇ ਤੇ ਸਾਡੇ ਮੁਹੱਈਆ ਹਜ਼ਰਾਤ ਵੇਖ ਰਹੇ ਨੇ, ਕੋਈ ਇਲਾਜ ਦਾ ਜ਼ਿੰਮਾ ਲੈ ਲੇਗਾ ਜਾਂ ਫਿਰ ਕੋਈ ਇਲਾਜ ਇਹਨਾਂ ਦਾ ਕਰਵਾ ਦੇਗਾ। ਤੇ ਸ਼ੁਰੂ ਮਤਲਬ ਕਿੰਨੇ ਪੈਸੇ ਹੋਣ ਤੇ ਇਹਨਾਂ ਦਾ ਇਲਾਜ ਅੱਗੇ ਸ਼ੁਰੂ ਹੋ ਸਕਦਾ ਹੈ? ਤਕਰੀਬਨ ਜਾਂਦਿਆਂ ਤਾਂ ਕੋਈ 40-50 ਹਜ਼ਾਰ ਤੇ ਕੋਲ ਹੋਣਾ ਚਾਹੀਦਾ ਨਾ। ਜਿਹੜੇ ਇੰਨੇ ਮਹਿੰਗੇ ਟੈਸਟ ਲਿਖ ਕੇ ਦਿੰਦੇ ਨੇ ਤੇ ਬਾਹਰੋਂ ਹੋਣੇ ਚਾਹੀਦੇ ਨੇ ਜਾਂ ਕਰਵਾਉਣੇ ਚਾਹੀਦੇ ਨੇ। ਫਿਰ ਮਜ਼ੀਦ ਇਹਦੇ ਟੈਸਟਾਂ ਦੇ ਹਿਸਾਬ ਨਾਲ ਪਤਾ ਲੱਗ ਜਾਵੇ ਵੀ ਕੀ ਮਸਲਾ ਮਸਾਇਲ है वे। जी, तो नाज़रीन आपने इस गरीब मतलब ज़रूरतमंद फैमिली की कहानी सुनी। ये उनकी हमसाई हैं, बहन है जो उनके सारा देखभाल कर रही हैं, हॉस्पिटल में लेके जा रही हैं कि उन्हें इलाज के लिए तकरीबन इनका इलाज जो स्टार्ट होना है उसके टेस्टों के लिए 30 से 40 हज़ार रुपया चाहिए। उसके अलावा वो जो मेडिसन है उसके लिए इन्हें पैसे चाहिए। इनके शोहर की टांग नहीं ठीक, टांग के लिए इन्हें कोई 50-60 हज़ार रुपया चाहिए। उसके अलावा इनके रेंट है, रेंट के लिए इन्हें चाहिए तकरीबन मिल मिला के अगर शोहर और वाइफ का अगर आप इलाज मतलब देखें तो तकरीबन 1.5 से 2 लाख रुपए इनका रेंज हो तो ये अपना गुजारा कर सकते हैं, आगे मामला अपने चला सकते हैं। तो जितने भी हमारे मुहैयर हज़रात देख रहे हैं उनसे यही रिक्वेस्ट है कि आपने शोहर की भी बातें सुनी और देखा कि वो भी बोल नहीं सकते, तंगी में होती है उन्हें बोलने में, और बीवी है उनके भी हालात कुछ इस तरह से, खून की उल्टी आती हैं और क्या मामला है सारा कुछ आपने इस स्टोरी में जाना है। तो जितने भी हमारे मुहैयर हज़रात हैं उनसे यही रिक्वेस्ट है, अपील है कि जितनी हो सके इनकी मदद करें। जी, तो नाज़रीन आप स्क्रीन के ऊपर नंबर देख रहे हैं, जो भी इनकी हेल्प करना चाहता है, इनके इलाज में कुछ मदद करना चाहता है ताकि इनका इलाज हो सके, इनकी जो मुश्किलात हैं वो आसान हो सके, तो हमारे इस नंबर के ऊपर लाजमी रब्ता करें, जितना हो सके इनकी हेल्प करें। इसी के साथ हमें इजाज़त दीजिए, मिलते हैं अगली वीडियो में, तब तक के लिए अल्लाह निगहबान।